BA2 ਇਲੈਕਟਿਵ ਵਾਲੇ ਸਟੂਡੈਂਟਸ ਅਸੀਂ ਆਪਣਾ ਜੋ ਹੈ ਕੁਐਸਚਨ ਕਰ ਰਹੇ ਸੀ 1701 ਤੋਂ ਲੈ ਕੇ 1850 ਤੱਕ ਦਾ ਜਿਹੜਾ ਪੰਜਾਬੀ ਸਾਹਿਤ ਦਾ ਇਤਿਹਾਸ ਹੈ ਉਹਦੇ 'ਚ ਅਸੀਂ ਵਾਰ ਕਾਵਧਾਰਾ ਕਰ ਰਹੇ ਸੀਗੇ ਅਤੇ ਵਿੱਚ ਹੀ ਫ਼ੋਨ ਆ ਗਿਆ ਤਾਂ ਕਰਕੇ ਜੋ ਹੈ ਵੀਡੀਓ ਕੱਟੀ ਗਈ ਵਿੱਚ ਹੀ। ਅਤੇ ਅਸੀਂ ਗੱਲ ਕਰ ਰਹੇ ਸੀਗੇ ਕਿ ਲਵ ਕੁਸ਼ ਦੀ ਵਾਰ ਦੀ ਗੱਲ ਕਰ ਰਹੇ ਸੀ ਕਿ ਲਵ ਕੁਸ਼ ਦੀ ਵਾਰ ਸੇਮ ਟੋਪਿਕ ਦੇ ਨਾਲ ਦੋ ਬੰਦਿਆਂ ਨੇ ਲਿਖੀ। ਇੱਕ ਦੀ ਅਸੀਂ ਚਰਚਾ ਕਰ ਲਈ ਸੀ ਦੇਵੀਦਾਸ ਦੀ, ਕਿ ਦੇਵੀਦਾਸ ਨੇ ਲਿਖੀ ਜਿਹਦੀਆਂ 70 ਪੌੜੀਆਂ ਨੇ। ਉਹਦੇ ਤੋਂ ਅਗਲਾ ਜਿਹੜਾ ਪੋਇਟ ਹੈ ਜਿਸ ਨੇ ਲਵ ਕੁਸ਼ ਦੀ ਵਾਰ ਲਿਖੀ ਉਹਦਾ ਨਾਮ ਹੈ ਕਵੀ ਜਸੋਦਾ ਨੰਦਨ। ਵਾਰ ਦੇ ਲੇਖਕ ਦੇ ਜੀਵਨ ਬਾਰੇ ਜੋ ਹੈ ਕੋਈ ਬਹੁਤੀ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ, ਪਰ ਇਸ ਦੀ ਬੋਲੀ ਸ਼ੈਲੀ ਅਤੇ ਪੁਰਾਤਨ ਪੋਥੀਆਂ ਦੇ ਆਧਾਰ 'ਤੇ ਇਸ ਨੂੰ 18ਵੀਂ ਸਦੀ ਦੇ ਪਹਿਲੇ ਅੱਧ ਦੀ ਰਚਨਾ ਜੋ ਹੈ ਮੰਨਿਆ ਜਾਂਦਾ ਹੈ। ਕਵੀ ਨੇ ਮੁੱਖ ਤੌਰ 'ਤੇ ਇਸ ਵਿੱਚ ਸ਼੍ਰੀ ਰਾਮ ਜੀ ਦੁਆਰਾ ਸੀਤਾ ਨੂੰ ਤਿਆਗਣ ਤੋਂ ਬਾਅਦ ਦਾ ਪ੍ਰਸੰਗ ਜਿਹੜਾ ਹੈ ਉਹ ਚਿਤਰਿਆ ਹੈ। ਸੀਤਾ ਨੂੰ ਧਰਤੀ ਵਿੱਚ ਪ੍ਰਵੇਸ਼ ਕਰਾਉਣ ਦੀ ਥਾਂ ਸੁਖੀ ਸਾਂਦੀ ਰਾਮਚੰਦਰ ਜੀ ਅਯੋਧਿਆ ਲੈ ਕੇ ਆ ਜਾਂਦੇ ਨੇ ਅਤੇ ਇਸ ਵਿੱਚ ਸ਼੍ਰੀ ਰਾਮਚੰਦਰ ਜੀ ਪ੍ਰਤੀ ਅਪਾਰ ਆਦਰ ਅਤੇ ਭਗਤੀ ਦਾ ਭਾਵ ਜਿਹੜਾ ਹੈ ਉਹ ਪ੍ਰਗਟ ਕੀਤਾ ਗਿਆ ਹੈ। ਆਸਾਨ ਜਿਹੀ ਗੱਲਾਂ ਨੇ, ਦੋਵੇਂ ਲਵ ਕੁਸ਼ ਦੀ ਵਾਰ ਦੀਆਂ ਅਤੇ ਬਿਲਕੁਲ ਆਸਾਨ ਗੱਲਾਂ ਨੇ। ਫਿਰ ਗੱਲ ਕੀਤੀ ਹੈ ਕਿ ਅਤਕਥਨੀ ਅਤੇ ਉਤਪ੍ਰੇਖਿਆ ਅਲੰਕਾਰ ਜਿਹੜੇ ਨੇ ਉਹ ਇਸ ਵਾਰ ਵਿੱਚ ਵਰਤੇ ਗਏ ਨੇ। ਅਤੇ ਜੋ ਜਿਵੇਂ ਪਹਿਲਾਂ ਹੀ ਤੁਹਾਨੂੰ ਦੱਸਿਆ ਕਿ ਵਾਰਾਂ ਜਿਹੜੀਆਂ ਹੁੰਦੀਆਂ ਨੇ ਉਹ ਪੌੜੀ ਛਾਂਦੀ 'ਚ ਲਿਖੀਆਂ ਜਾਂਦੀਆਂ ਨੇ, ਅਤੇ ਇਹ ਵਾਰ ਵੀ ਜੋ ਹੈ ਇਹ ਪੌੜੀ ਛਾਂਦੀ 'ਚ ਲਿਖੀ ਗਈ ਹੈ। ਅਗਲੀ ਵਾਰ ਦਾ ਨਾਮ ਹੈ ਕਾਨ ਭਗਵਾਨ ਦੀ ਵਾਰ। ਕਾਨ ਭਗਵਾਨ ਕਿਹਨੂੰ ਕਿਹਾ ਜਾਂਦਾ? ਕ੍ਰਿਸ਼ਨ ਜੀ ਨੂੰ ਕਿਹਾ ਜਾਂਦਾ। ਹੁਣ ਕਾਨ ਭਗਵਾਨ ਦੀ ਜਿਹੜੀ ਵਾਰ ਹੈ ਨਾ ਉਹ ਕਵੀ ਤੇਜਭਾਨ ਨੇ ਲਿਖੀ। ਕਿਸ ਨੇ ਲਿਖੀ? ਕਵੀ ਤੇਜਭਾਨ ਨੇ ਲਿਖੀ। ਤੇਜਭਾਨ ਦੀ ਲਿਖੀ ਇਹ ਵਾਰ ਕਾਫੀ ਪੁਰਾਣੀ ਹੈ। ਬੋਲੀ ਅਤੇ ਸ਼ੈਲੀ ਦੋਹਾਂ ਦੀ ਦ੍ਰਿਸ਼ਟੀ ਤੋਂ ਇਹ ਵਾਰ 18ਵੀਂ ਸਦੀ ਦੇ ਆਰੰਭ ਕਾਲ ਵਿੱਚ ਲਿਖੀ ਜੋ ਹੈ ਗਈ ਪ੍ਰਤੀਤ ਹੁੰਦੀ ਹੈ। ਅਤੇ ਇਸ ਵਾਰ ਵਿੱਚ ਯੁੱਧ ਦਾ ਵਰਣਨ ਨਾ ਮਾਤਰ, ਮਤਲਬ ਕਿ ਯੁੱਧ ਦਾ ਵਰਣਨ ਕੁਛ ਹੈ ਨਹੀਂ ਕੋਈ ਬਹੁਤ, ਕਿਉਂਕਿ ਵਾਰ ਦੇ ਲਈ ਇਹ ਜ਼ਰੂਰੀ ਹੈ ਕਿ ਵਾਰ ਵਿੱਚ ਯੁੱਧ ਦਾ ਵਰਣਨ ਹੋਏ, ਪਰ ਇਹਦੇ 'ਚ ਅਜਿਹਾ ਕੁਛ ਹੈ ਨਹੀਂ। ਇਹਦੀ ਕਥਾ ਇਸ ਵਾਰ ਦੇ ਸਾਰੇ ਸ਼ਲੋਕ 2 ਪੰਕਤੀਆਂ ਵਿੱਚ ਰਚੇ ਗਏ ਹਨ, ਇਸ ਲਈ ਕੋਈ ਬਹੁਤ ਹੀ ਇੰਪੋਰਟੈਂਟ ਨਹੀਂ ਹੈ। ਅਗਲੀ ਵਾਰ ਵੇਖ ਲੈਂਦੇ ਹਾਂ। ਦੇਖੋ ਬੇਟਾ, ਨੈਕਸਟ ਵਾਰ ਹੈ ਵਾਰ ਪਾਤਸ਼ਾਹੀ ਦਸਵੀਂ ਕੀ। ਇਹ ਜਿਹੜੀ ਵਾਰ ਹੈ ਇਹ ਕਵੀ ਗੁਰਦਾਸ ਸਿੰਘ ਨੇ ਲਿਖੀ। ਇਹ ਵਾਰ ਭਾਈ ਗੁਰਦਾਸ ਸਿੰਘ ਦੀ ਰਚਨਾ ਹੈ। ਇਹ ਵਾਰ ਕਦੋਂ ਲਿਖੀ ਗਈ ਇਸ ਬਾਰੇ ਤੇ ਵਿਦਵਾਨਾਂ ਵਿੱਚ ਮਤਭੇਦ ਹੈ, ਪਰ ਇਸ ਵਿਚਲੇ ਸ਼੍ਰੀ ਮੁੱਖ ਗ੍ਰੰਥ ਸ਼ਬਦ ਇਹ ਸੰਕੇਤ ਕਰਦੇ ਹਨ ਕਿ ਵਿਚਾਰ ਅਧੀਨ ਰਚਨਾ, ਮਤਲਬ ਕਿ ਇਹ ਵਾਲੀ ਰਚਨਾ ਸ਼੍ਰੀ ਮੁੱਖ ਵਾਕ ਰਚਨਾ ਅਰਥਾਤ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਾਲ ਇਹਦਾ ਸੰਬੰਧ ਹੈ। ਇਸ ਵਿੱਚ ਕੁੱਲ 28 ਪੌੜੀਆਂ ਹਨ ਅਤੇ ਹਰ ਪੌੜੀ ਦੀ ਅੰਤਿਮ ਪੰਕਤੀ ਸਮਾਨ ਹੈ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਨੈਕਸਟ ਵਾਰ ਦਾ ਨਾਮ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਵਾਰ। ਇਸ ਵਾਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਅਨੰਦਪੁਰ ਤਿਆਗਣ ਦੇ ਪ੍ਰਸੰਗ ਦਾ ਚਿਤਰਣ ਹੈ। ਇਸ ਵਾਰ ਦੇ ਕਵੀ ਦਾ ਕੁਝ ਪਤਾ ਨਹੀਂ, ਪਰ ਵਾਰ ਦੀ ਭਾਵਨਾ ਤੋਂ ਪਤਾ ਲੱਗਦਾ ਹੈ ਕਿ ਇਹ ਵਾਰ ਗੁਰੂ ਜੀ ਦੇ ਕਿਸੇ ਸ਼ਰਧਾਲੂ ਜਾਂ ਨਾਮਲੇਵਾ ਦੀ ਰਚਨਾ ਹੈ ਅਤੇ ਇਸ ਦਾ ਰਚਨਾ ਕਾਲ ਵੀ ਕੋਈ ਬਹੁਤ ਪਤਾ ਨਹੀਂ ਲੱਗਦਾ। ਅਗਲੀ ਵਾਰ ਹੈ ਉਹ ਹੈ ਸਰਬਲੋਹ ਦੀ ਵਾਰ। ਕਿਹੜੀ ਵਾਰ ਹੈ? ਸਰਬਲੋਹ ਦੀ ਵਾਰ। ਇਹ ਵਾਰ ਸਰਬਲੋਹ ਗ੍ਰੰਥ ਦੀਆਂ ਹੱਥ ਲਿਖਤਾਂ ਵਿੱਚ ਦਰਜ ਮਿਲਦੀ ਹੈ ਅਤੇ ਮੰਗਲਾਚਰਨ ਪੁਰਾਣ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਇਹਨੂੰ ਮੰਨਿਆ ਜਾਂਦਾ ਹੈ। ਮੰਗਲਾਚਰਨ ਵੀ ਐਡ ਹੈ ਇਹਦੇ 'ਚ। ਇਸ ਵੱਡੇ ਆਕਾਰ ਵਾਲੇ ਗ੍ਰੰਥ ਦੇ ਵਿਸ਼ੇ ਨੂੰ ਕਵੀ ਨੇ ਸਾਰਾਂਸ਼ ਰੂਪ ਵਿੱਚ 65 ਪੌੜੀਆਂ ਵਿੱਚ ਵਾਰ ਕਾਵ ਰੂਪ ਦੁਆਰਾ ਚਿੱਤਰ ਕੇ ਸਰਬਲੋਹ ਦੀ ਵਾਰ ਦੀ ਰਚਨਾ ਕੀਤੀ ਹੈ। ਮਤਲਬ ਕਿ ਜੋ ਸਰਬਲੋਹ ਦੀ ਵਾਰ ਵਾਲਾ ਜੋ ਪੂਰਾ ਵੱਡਾ ਗ੍ਰੰਥ ਹੈ ਨਾ ਉਹਦੇ ਵਿੱਚ ਜੋ ਥੀਮ ਹੈ ਪੂਰਾ, ਉਹਦੇ ਥੀਮ ਨੂੰ 65 ਪੌੜੀਆਂ ਵਿੱਚ ਲਿਖ ਕੇ ਰਾਈਟਰ ਨੇ ਜੋ ਹੈ ਇਹ ਰਚਨਾ ਤਿਆਰ ਕੀਤੀ ਹੈ। ਅਗਲੀ ਵੇਖ ਲਈਏ। ਅਗਲੀ ਹੈ ਵਾਰ ਨਾਦਰ ਸ਼ਾਹ ਜੀ ਜੋ ਨਜਾਬਤ ਨੇ ਲਿਖੀ। ਇਹ ਜੋ ਹੈ ਪਿਛਲੇ ਸਮੈਸਟਰ ਵਿੱਚ ਸੀਗੀ ਤੁਹਾਨੂੰ। ਨਾਦਰ ਸ਼ਾਹ ਦੀ ਵਾਰ ਨਜਾਬਤ ਨੇ ਲਿਖੀ। ਇਸ ਵਾਰ ਦੇ ਕਈ ਨਾਂ ਪ੍ਰਚਲਿਤ ਹਨ, ਜਿਵੇਂ ਵਾਰ ਨਾਦਰ ਸ਼ਾਹ, ਨਜਾਬਤ ਦੀ ਵਾਰ, ਨਜਾਬਤ ਦੀ ਪੌੜੀ। ਕਿਸੇ ਮਰਾਸੀ ਨੇ ਉਸਨੂੰ ਇਸ ਵਾਰ ਦੀਆਂ 16.5 ਤੁਕਾਂ ਸੁਣਾਈਆਂ ਜੋ ਉਸਨੇ ਨੋਟ ਕਰ ਲਈਆਂ। ਕਿਸ ਨੇ? ਨਜਾਬਤ ਨੇ। ਨਜਾਬਤ ਨੇ ਨੋਟ ਕਰ ਲਈਆਂ ਅਤੇ ਇਸ ਵਾਰ ਦਾ ਪੂਰਾ ਪਾਠ ਲਿਖਣ ਦਾ ਕੰਮ ਪੰਡਿਤ ਹਰੀ ਕ੍ਰਿਸ਼ਨ ਕੋਲ ਨੂੰ ਸੌਂਪਿਆ। ਇਸ ਵਿਚਲਾ ਪਾਠ ਕਈਆਂ ਥਾਵਾਂ ਤੋਂ ਟੁੱਟਿਆ ਜਿਹਾ ਲੱਗਦਾ ਹੈ, ਜਿਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਮੌਜੂਦਾ ਪਾਠ ਜੋ ਹੈ, ਮਤਲਬ ਕਿ ਇਹ ਜਿਹੜੀ ਵਾਰ ਹੈ ਇਹ ਅਧੂਰੀ ਹੈ। ਇਸ ਵਾਰ ਦੀਆਂ
ਇਸ ਵਾਰ ਵਿੱਚ ਕਈਆਂ ਥਾਵਾਂ 'ਤੇ ਨਜਾਬਤ ਦਾ ਨਾਂ ਆਉਂਦਾ ਹੈ, ਜਿਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਸ਼ਾਇਦ ਇਹ ਨਜਾਬਤ ਨੇ ਲਿਖੀ ਹੈ। ਨਜਾਬਤ ਮਟੀਲਾ ਹਰਲਾ ਜ਼ਿਲ੍ਹਾ ਸ਼ਾਹਪੁਰ ਦਾ ਰਹਿਣ ਵਾਲਾ ਹਰਲ ਰਾਜਪੂਤ ਸੀ। ਹੁਣ ਤੁਸੀਂ ਪਿਛਲੇ ਸਮੈਸਟਰ 'ਚ ਨਜਾਬਤ ਦੇ ਸ਼ੋਰਟ ਕੁਐਸਚਨ ਵੀ ਕੀਤੇ ਨੇ, ਪੋਇਟਰੀ ਅਸੀਂ ਨਹੀਂ ਕੀਤੀ ਸੀ ਉਹਦੀ, ਅਤੇ ਨਜਾਬਤ ਦੀ ਜੋ ਹੈ ਜੀਵਨੀ ਵੀ ਕੀਤੀ ਹੈ। ਤੁਸੀਂ ਉਹਦੇ 'ਚ ਤੁਹਾਨੂੰ ਪਤਾ ਲੱਗ ਗਿਆ ਸੀ ਕਿੱਥੇ ਦਾ ਰਹਿਣ ਵਾਲਾ ਸੀਗਾ ਇਹ। ਇਸ ਵਾਰ ਦੀ ਰਚਨਾ ਸ਼ੈਲੀ ਅਤੇ ਸਜੀਵ ਯੁੱਧ ਚਿੱਤਰਣ ਤੋਂ ਪ੍ਰਤੀਤ ਹੁੰਦਾ ਹੈ ਕਿ ਕਵੀ ਨੇ ਯੁੱਧ ਦਾ ਨਜ਼ਾਰਾ ਆਪ ਅੱਖੀਂ ਵੇਖਿਆ। ਇਸ ਤੋਂ ਬਾਅਦ ਉਹਨੂੰ ਲਿਖਿਆ, ਮਤਲਬ ਕਿ ਇੰਨਾ ਵਧੀਆ ਤਰੀਕੇ ਨਾਲ ਉਹਨੇ ਬਿਆਨ ਕੀਤਾ ਜਿਵੇਂ ਉਹਨੇ ਆਪ ਵੇਖਿਆ ਇਹਨੂੰ। ਇਸ ਵਾਰ ਦਾ ਕਥਾਨਕ ਇਤਿਹਾਸਕ ਹੈ। ਭਾਰਤ ਉੱਤੇ ਹੋਏ ਨਾਦਰ ਸ਼ਾਹ ਦੇ ਪ੍ਰਸਿੱਧ ਹਮਲੇ ਨੂੰ ਵਾਰ ਦਾ ਵਿਸ਼ਾ ਬਣਾਇਆ ਗਿਆ ਹੈ। ਨਾਦਰ ਸ਼ਾਹ ਨੇ ਜਦੋਂ ਭਾਰਤ 'ਤੇ ਹਮਲਾ ਕੀਤਾ ਸੀ, ਉਹੀ ਇਸ ਵਾਰ ਦਾ ਵਿਸ਼ਾ ਹੈ ਅਤੇ ਹਿੰਦੁਸਤਾਨੀ ਵੀਰਾਂ ਦੀ ਬਹਾਦਰੀ ਨੂੰ ਸਲਾਹਿਆ ਗਿਆ ਹੈ। ਇਸ ਵਿੱਚ ਦਿੱਤੇ ਇਤਿਹਾਸਿਕ ਤੱਥ ਇਤਿਹਾਸ ਦੀ ਕਸਵੱਟੀ ਉੱਤੇ ਠੀਕ ਬੈਠਦੇ ਨੇ, ਮਤਲਬ ਕਿ ਜੋ ਵੀ ਇਤਿਹਾਸ ਦੇ ਹਿਸਾਬ ਨਾਲ ਜਿਹੜੀਆਂ ਤਰੀਕਾਂ ਦਿੱਤੀਆਂ ਨੇ ਉਹ ਸਹੀ ਜਾਪਦੀਆਂ ਨੇ, ਇਸ ਲਈ ਇਹ ਸਹੀ ਹੈ ਵਾਰ। ਨਜਾਬਤ ਨੇ ਉਪਮਾ, ਰੂਪਕ, ਉਤਪ੍ਰੇਖਿਆ, ਦ੍ਰਿਸ਼ਟਾਂਤ ਆਦਿ ਅਲੰਕਾਰਾਂ ਦੀ ਵਰਤੋਂ ਕੀਤੀ ਅਤੇ ਇਸ ਵਾਰ ਦੇ ਮਹੱਤਵ ਨੂੰ ਵਧਾਇਆ। ਛੰਦਾਂ ਦੀ ਦ੍ਰਿਸ਼ਟੀ ਤੋਂ ਇਸ ਵਿੱਚ ਨਿਸ਼ਾਨੀ, ਸਿਰਖੰਡੀ, ਦਵਈਆ, ਸੱਦ ਆਦਿ ਛੰਦਾਂ ਦੀ ਵਰਤੋਂ ਕੀਤੀ ਗਈ ਹੈ ਅਤੇ ਇਸ ਦੀ ਜਿਹੜੀ ਬੋਲੀ ਹੈ ਨਾ, ਬੋਲੀ ਅਤੇ ਮੁਹਾਵਰਾ ਜਨ ਜੀਵਨ ਨਾਲ ਸੰਬੰਧਿਤ ਹੈ। ਅਸਲੋਂ ਚੰਡੀ ਦੀ ਵਾਰ ਤੋਂ ਬਾਅਦ ਇਹ ਪੰਜਾਬੀ ਸਾਹਿਤ ਦੀ ਮਹਾਨ ਵਾਰ ਸਮਝੀ ਜਾਂਦੀ ਹੈ। ਹੁਣ ਮੈਂ ਤੁਹਾਨੂੰ ਇਹ ਗੱਲ 2-3 ਵਾਰੀ ਦੱਸ ਲਈ। ਪੰਜਾਬੀ ਸਾਹਿਤ ਦੀ ਸੁਪ੍ਰਸਿੱਧ ਵਾਰ ਕਿਹੜੀ ਹੈ? ਚੰਡੀ ਦੀ ਵਾਰ। ਅਤੇ ਚੰਡੀ ਦੀ ਵਾਰ ਤੋਂ ਬਾਅਦ ਜਿਹੜੀ ਹੈ ਵਾਰ, ਇਹ ਨਾਦਰ ਸ਼ਾਹ ਵਾਲੀ ਵਾਰ ਜੋ ਹੈ ਇੱਕ ਚੰਗੀ ਵਧੀਆ ਵਾਰ ਮੰਨੀ ਜਾਂਦੀ ਹੈ। ਹੁਣ ਅਗਲੀ ਜਿਹੜੀ ਵਾਰ ਹੈ ਬਹੁਤ ਪ੍ਰਸਿੱਧ ਇਹ ਵੀ ਵਾਰ ਹੈ, ਚੱਠਿਆਂ ਦੀ ਵਾਰ। ਇਹ ਵੀ ਤੁਹਾਨੂੰ ਤੁਹਾਡੇ ਸਿਲੇਬਸ ਵਿੱਚ ਲੱਗੀ ਹੋਈ ਹੈ। ਪੀਰ ਮੁਹੰਮਦ ਦੁਆਰਾ ਲਿਖੀ ਹੋਈ ਵਾਰ ਹੈ। ਇਹਨੂੰ ਵੇਖ ਲਈਏ ਹੁਣ, ਮਤਲਬ ਕਿ ਜੋ ਤੁਹਾਡੇ ਸਿਲੇਬਸ ਵਿੱਚ ਲੱਗੀਆਂ ਹੋਈਆਂ ਨੇ ਨਾ, ਉਹ ਤਾਂ ਤੁਹਾਡੇ ਲਈ ਕੁਛ ਵੀ ਔਖਾ ਨਹੀਂ ਹੈ ਯਾਦ ਕਰਨਾ, ਕਿਉਂਕਿ ਉਹ ਨੈਚੁਰਲੀ ਲੱਗੇ ਹੋਏ ਨੇ ਤੁਹਾਨੂੰ। ਕੀ ਨਾਮ ਹੈ ਇਹਦਾ? ਚੱਠਿਆਂ ਦੀ ਵਾਰ। ਇਸ ਵਾਰ ਵਿੱਚ ਪੀਰ ਮੁਹੰਮਦ ਖਾਨ ਚੱਠੇ ਸਰਦਾਰ ਦੀ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਨਾਲ ਰਸੂਲ ਨਗਰ ਅਤੇ ਮੰਚਰ ਵਿਖੇ ਹੋਈਆਂ ਲੜਾਈਆਂ ਦਾ ਚਿੱਤਰਣ ਹੈ। ਹੁਣ ਇਹ ਤੁਹਾਨੂੰ ਸ਼ੋਰਟ ਕੁਐਸਚਨ ਵਿੱਚ ਵੀ ਆ ਜਾਂਦਾ, ਕਿਹਦੇ ਨਾਲ ਹੋਈ ਉਹਦੀ ਲੜਾਈ? ਮਹਾਰਾਜਾ ਰਣਜੀਤ ਸਿੰਘ ਦੇ ਪਿਓ ਮਹਾਂ ਸਿੰਘ ਦੇ ਨਾਲ। ਇਸ ਵਾਰ ਦਾ ਲੇਖਕ ਪਿੰਡ ਨੂਨਾਵਾਲੀ ਜ਼ਿਲ੍ਹਾ ਗੁਜਰਾਤ ਦਾ ਵਸਨੀਕ ਸੀ ਅਤੇ ਚੱਠੇ ਸਰਦਾਰਾਂ ਕੋਲ ਨੌਕਰ ਸੀ। ਇਹ ਰਚਨਾ ਕਦੋਂ ਲਿਖੀ ਗਈ ਇਸ ਬਾਰੇ ਤੇ ਜਾਣਕਾਰੀ ਨਹੀਂ ਮਿਲਦੀ, ਪਰ ਸਰਦਾਰ ਮਹਾਂ ਸਿੰਘ ਨਾਲ ਹੋਈਆਂ ਦੋਹਾਂ ਲੜਾਈਆਂ ਵਿੱਚ ਪੀਰ ਮੁਹੰਮਦ ਖਾਂ ਦੇ ਦੋਵੇਂ ਪੁੱਤਰ ਗੁਲਾਮ ਮੁਹੰਮਦ ਅਤੇ ਕੁਤਬਦੀਨ ਖੂਬ ਸ਼ੂਰਵੀਰਤਾ ਨਾਲ ਲੜੇ, ਜਿਸ ਨੂੰ ਕਵੀ ਨੇ ਬੜੀ ਭਾਵਨਾ ਸਹਿਤ ਚਿਤਰਿਆ ਹੈ। ਪਰ ਅਧਿਕ ਵਰਣਨ ਗੁਲਾਮ ਮੁਹੰਮਦ ਦੀ ਵੀਰਤਾ ਦਾ ਹੀ ਹੈ, ਕਿਉਂ ਇਸ ਨੂੰ ਕਈ ਮਹਾਂ ਸਿੰਘ ਦੀ, ਇਸ ਲਈ ਕਈ ਲੋਕੀਆਂ ਨੂੰ ਜੋ ਹੈ ਮਹਾਂ ਸਿੰਘ ਦੀ ਵਾਰ ਵੀ ਆਖਦੇ ਹਨ। ਇਸ ਵਾਰ ਦੀਆਂ ਕੁੱਲ 98 ਪੌੜੀਆਂ ਹਨ, ਪਰ ਕੁਝ ਕੁ ਸੰਸਕਰਣਾਂ ਵਿੱਚ ਇਹਦੀਆਂ ਜਿਹੜੀਆਂ ਨੇ 84 ਪੌੜੀਆਂ ਜਾਂ 92 ਪੌੜੀਆਂ ਵੀ ਵੇਖਣ ਨੂੰ ਮਿਲਦੀਆਂ ਨੇ। ਇਸ ਦੀਆਂ ਪੌੜੀਆਂ ਦੀ ਤੁਕਾਂ ਦੀ ਗਿਣਤੀ 2 ਤੋਂ 21 ਤੱਕ ਦੀ ਹੈ ਅਤੇ ਅਖੀਰ 'ਤੇ ਇੰਜ ਪ੍ਰਤੀਤ ਹੁੰਦਾ ਹੈ ਕਿ ਵਾਰ ਅਚਾਨਕ ਖਤਮ ਕਰ ਦਿੱਤੀ ਗਈ ਹੈ। ਇਸ ਵਾਰ ਵਿੱਚ ਪ੍ਰਵਾਹ ਬਹੁਤ ਅਧਿਕ ਹੈ। ਪ੍ਰਵਾਹ ਹੁੰਦਾ ਫਲੋ ਬਹੁਤ ਜ਼ਿਆਦਾ ਹੈ ਅਤੇ ਯੁੱਧ ਚਿੱਤਰਣ ਦੀ ਸ਼ੈਲੀ ਨਜਾਬਤ ਦੀ ਵਾਰ ਨਾਲ ਕਾਫੀ ਮਿਲਦੀ ਜੁਲਦੀ ਹੈ। ਜਿਸ ਤਰ੍ਹਾਂ ਦੀ ਨਜਾਬਤ ਦੀ ਵਾਰ ਹੈ ਨਾ, ਇਹਦੇ ਤੋਂ ਪਹਿਲੇ ਵਾਲਾ ਜਿਹੜਾ ਅਸੀਂ ਹੁਣੇ ਕੀਤਾ, ਉਸੇ ਤਰ੍ਹਾਂ ਦੀ ਸ਼ੈਲੀ ਹੈ। ਸ਼ੈਲੀ ਹੁੰਦਾ ਲਿਖਣ ਦਾ ਢੰਗ। ਇਸ ਵਿੱਚ ਕਿਤੇ ਕਿਤੇ ਬੜਾ ਸੁੰਦਰ ਪ੍ਰਕਿਰਤੀ ਚਿੱਤਰਣ ਵੀ ਹੋਇਆ ਹੈ। ਨਜਾਬਤ ਵਾਂਗ ਕਵੀ ਜੋ ਹੈ ਭਾਰਤੀ ਇਤਿਹਾਸ ਮਿਥਿਹਾਸ ਤੋਂ ਵੀ ਜਾਣੂ ਹੈ। ਭਾਰਤ ਦੇ ਇਤਿਹਾਸ ਅਤੇ ਮਿਥਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਹੈ ਰਾਈਟਰ। ਅਗਲੀ ਵਾਰ ਦਾ ਨਾਮ ਹੈ ਚੌਧਰੀਆਂ ਦੀ ਵਾਰ। ਇਹ ਕਿਹਨੇ ਲਿਖੀ? ਕਵੀ ਸਿੱਧਾ ਜਿਊਣਾ ਨੇ ਲਿਖੀ। ਇਹ ਵਾਰ ਆਪਣੀ ਇੱਕ ਅੰਦਰਲੀ ਗਵਾਹੀ, ਬਾਬੇ ਸਿੱਧਾ ਜਿਊਣ ਦੀ ਗਵਾਹੀ ਦੀ ਗਾਵਿਆ ਪੀਰ ਕਾਲੇ ਮਾਹਿਰਾਂ ਨੂੰ ਪਿਆਰਾ ਦੇ ਆਧਾਰ 'ਤੇ ਸਿੱਧਾ ਜਿਊਣਾ ਦੇ ਕਵੀ ਦੀ ਰਚਨਾ, ਮਤਲਬ ਕਿ ਤੁਸੀਂ ਸਿੰਪਲ ਲਿਖ ਦੇਣਾ ਕਿ ਸਿੱਧਾ ਜਿਊਣਾ ਜਿਹੜਾ ਕਵੀ ਹੈ ਉਸਨੇ ਲਿਖਿਆ ਨੂੰ। ਇਹ ਵਾਰ ਲਗਭਗ 200 ਸਾਲ ਪੁਰਾਣੀ ਹੈ ਅਤੇ ਇਸ ਲਈ ਇਹ 18ਵੀਂ ਸਦੀ ਦੇ ਅੰਤ ਦੀ ਰਚਨਾ ਪ੍ਰਤੀਤ ਹੁੰਦੀ ਹੈ। ਇਸ ਵਾਰ ਵਿੱਚ ਪੰਜਾਬ ਦੀਆਂ ਜੱਟ ਜਾਤੀਆਂ ਦੀ ਉਸਤਤ ਗਾਈ ਗਈ ਹੈ। ਪੰਜਾਬ ਦੇ ਜਿਹੜੇ ਜੱਟ ਨੇ ਉਹਨਾਂ ਦੀ ਬਹਾਦਰੀ ਜੋ ਹੈ ਉਹ ਗਾਈ ਗਈ ਹੈ। ਅਗਲੀ ਜਿਹੜੀ ਵਾਰ ਹੈ ਉਹਦਾ ਨਾਮ ਹੈ ਵਾਰ ਹਕੀਕਤ ਰਾਏ। ਇਹਦਾ ਨਾਮ ਵੀ ਤੁਸੀਂ ਸੁਣਿਆ ਹੋਇਆ। ਸੁਣਿਆ ਕੀ ਹੋਇਆ? ਤੁਸੀਂ ਇਹ ਪੋਇਟਰੀ ਕੀਤੀ ਹੋਈ ਹੈ, ਪਿਛਲੀ ਵਾਰ ਕੀਤੀ ਸੀ ਹਕੀਕਤ ਰਾਏ ਦੀ, ਅਗਰਾ ਦੀ ਲਿਖੀ ਹੋਈ ਵਾਰ। ਇਸ ਵਾਰ ਦੀ ਰਚਨਾ ਕਵੀ ਅਗਰਾ ਨੇ ਕੀਤੀ। ਅਗਰਾ ਅੰਦਰਲੀ ਗਵਾਹੀ ਅਨੁਸਾਰ ਸਿੰਘ ਸੀ, ਮਤਲਬ ਕਿ ਉਹ ਸਰਦਾਰ ਸੀਗਾ। ਅਗਰਾ ਸਿੰਘ ਜੀ ਦੁਆਰੇ ਠਾਡੇ ਜੋ ਸੇਵੇ ਸੋ ਪਾਈ। ਅੱਛਾ, ਇਹ ਪੋਇਟਰੀ ਦੀ ਲਾਈਨ ਲਿਖੀ ਹੋਈ ਹੈ। ਪੰਜਾਬੀ ਸ਼ਾਇਰਾਂ ਦਾ ਤਜ਼ਕਰਾ।
ਵਿੱਚ ਮੌਲਾ ਬਖਸ਼ ਕੁਸ਼ਤਾ ਨੇ ਕਵੀ ਨੂੰ ਲਾਹੌਰ ਦਾ ਵਸਨੀਕ ਮੰਨਿਆ। ਮਤਲਬ ਕਿ ਮੌਲਾ ਬਖਸ਼ ਕੁਸ਼ਤਾ ਕਿੱਥੇ ਦਾ ਵਸਨੀਕ ਮੰਨਦਾ ਹੈ? ਅਗਰਾ ਨੂੰ, ਲਾਹੌਰ ਦਾ, ਅਤੇ ਇਹ ਜਾਤ ਦਾ ਸੇਠੀ ਸੀ। ਇਸ ਵਾਰ ਵਿੱਚ ਵੀਰ ਹਕੀਕਤ ਰਾਏ ਦੀ ਸ਼ਹਾਦਤ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਜੋ ਹੈ ਬਿਆਨ ਕੀਤਾ ਗਿਆ, ਉਹਦੀ ਬਹਾਦਰੀ ਦਾ ਵਰਣਨ ਕੀਤਾ ਗਿਆ। ਇਹ ਰਚਨਾ ਭਾਵੇਂ ਵਾਰ ਕਾਵਿ ਰੂਪ ਵਿੱਚ ਲਿਖੀ ਗਈ ਹੈ, ਪਰ ਇਸ ਵਿੱਚ ਕਿੱਸੇ ਦੇ ਵੀ ਗੁਣ ਜਿਹੜੇ ਨੇ ਨਾ ਉਹ ਮਿਲ ਜਾਂਦੇ ਨੇ। ਇਸ ਵਾਰ ਵਿੱਚ ਕੁੱਲ 212 ਛੰਦ ਹਨ। ਅਗਰੇ ਦਾ ਬਿਆਨ ਬੜਾ ਸਪਸ਼ਟ, ਨਾਟਕੀ ਅਤੇ ਸਿੱਧਾ ਹੈ। ਉਸ ਦੀ ਸ਼ਬਦ ਚੋਣ ਬੜੀ ਢੁਕਵੀਂ, ਹਮਦਰਦੀ ਭਰੀ ਅਤੇ ਸੋਗੀ ਵਾਤਾਵਰਣ ਸਿਰਜਣ ਵਿੱਚ ਸਹਾਇਕ ਹੁੰਦੀ ਹੈ। ਜਦੋਂ ਹਕੀਕਤ ਰਾਏ ਆਪਣੀ ਮਾਂ ਨੂੰ ਕਹਿੰਦਾ ਨਾ ਕਿ ਤੂੰ ਮੇਰੀ ਮਾਂ ਨਹੀਂ ਹੈਗੀ, ਮਤਲਬ ਕਿ ਉਹ ਆਪਣੇ ਧਰਮ ਤੋਂ ਡੋਲਦਾ ਨਹੀਂ। ਯਾਦ ਹੋਏਗਾ ਤੁਹਾਨੂੰ ਜੋ ਹੈ, ਅਸੀਂ ਇੰਟੈਲੀਜੈਂਟ ਬੱਚੇ ਨੂੰ ਤਾਂ ਜ਼ਰੂਰ ਯਾਦ ਹੋਏਗੀ, ਹਕੀਕਤ ਰਾਏ ਦੀ ਵਾਰ ਕੀਤੀ ਸੀ ਅਸੀਂ, ਕਿ ਸ਼ੁਰੂਆਤ ਵਿੱਚ ਉਹ ਕਹਿੰਦਾ ਕਿ ਮੁਹੰਮਦ ਸਾਹਿਬ ਦੀ ਬੇਟੀ ਨੂੰ ਗਲਤ ਬੋਲਿਆ, ਤਾਂ ਕਰਕੇ ਜੋ ਹੈ ਉਹਦੀ ਲੜਾਈ ਹੁੰਦੀ ਹੈ ਹਿੰਦੂ ਬੱਚਿਆਂ ਨਾਲ, ਉਹ ਵਾਲੀ ਵਾਰ ਸੀਗੀ। ਨੈਕਸਟ ਹੈ ਵਾਰ ਸ਼੍ਰੀ ਰਾਮ ਚੰਦਰ ਜੀ। ਇਹ ਲਿਖੀ ਜਵਾਹਰ ਸਿੰਘ ਨੇ। ਕਿਹਨੇ ਲਿਖੀ? ਜਵਾਹਰ ਸਿੰਘ ਨੇ। ਅੰਦਰਲੀ ਗਵਾਹੀ ਦੇ ਆਧਾਰ 'ਤੇ ਇਸ ਵਾਰ ਦੀ ਰਚਨਾ ਜਵਾਹਰ ਸਿੰਘ ਨੇ ਕੀਤੀ। 1854 ਨੂੰ ਗੁਜਰਾਤ ਵਿੱਚ ਕੀਤੀ। ਕਵੀ ਨੇ ਸਾਰੀ ਰਾਮ ਕਥਾ ਨੂੰ ਇਸ ਵਿੱਚ ਵਰਣਨ ਕੀਤਾ ਅਤੇ ਇਹਦਾ ਮੁੱਖ ਆਧਾਰ ਜੋ ਹੈ ਤੁਲਸੀ ਦੀ ਰਮਾਇਣ ਹੈ। ਅਗਲਾ ਹੈ ਜੰਗਨਾਮੇ। ਜਿਵੇਂ ਬੇਟਾ ਇਹ ਹੋ ਗਈਆਂ ਹੁਣ ਤੱਕ ਦੀਆਂ ਵਾਰਾਂ, ਇਹਨਾਂ 150 ਸਾਲਾਂ 'ਚ ਕਿਹੜੀਆਂ ਵਾਰਾਂ ਲਿਖੀਆਂ ਗਈਆਂ, ਅਤੇ ਹੁਣ ਹੈ ਜੰਗਨਾਮੇ, ਕਿਉਂਕਿ ਜੰਗਨਾਮਾ ਵੀ ਜੋ ਹੈ ਉਹਦੇ 'ਚ ਵੀ ਯੁੱਧ ਦਾ ਵਰਣਨ ਹੁੰਦਾ ਹੈ। ਕਿਹੜੇ ਕਿਹੜੇ ਜੰਗਨਾਮੇ ਲਿਖੇ ਗਏ ਇਸ ਵੇਲੇ ਉਹ ਵੇਖ ਲੈਂਦੇ ਹਾਂ। ਅਤੇ ਪਹਿਲਾਂ ਜੰਗਨਾਮਾ ਕੀ ਹੁੰਦਾ ਉਹ ਦੇਖ ਲਓ। ਪੰਜਾਬੀ ਵਿੱਚ ਜੰਗਨਾਮੇ ਲਿਖਣ ਦਾ ਆਰੰਭ 17ਵੀਂ ਸਦੀ ਦੇ ਅੰਤ ਵਿੱਚ ਪੀਰ ਮੁਹੰਮਦ ਕਾਸਬੀ ਨੇ ਜੰਗਨਾਮਾ ਇਮਾਮ ਹੁਸੈਨ ਲਿਖ ਕੇ ਕੀਤਾ। 18ਵੀਂ ਸਦੀ ਵਿੱਚ, ਮਤਲਬ ਕਿ 17ਵੀਂ ਸਦੀ 'ਚ ਜੰਗਨਾਮੇ ਲਿਖਣੇ ਸ਼ੁਰੂ ਹੋ ਗਏ ਸੀ, ਅਤੇ ਅਸੀਂ 18ਵੀਂ ਸਦੀ ਦੀ ਗੱਲ ਕਰਨੀ ਹੈ। 18ਵੀਂ ਸਦੀ ਵਿੱਚ ਜੰਗਨਾਮਾ ਲਿਖਣ ਦਾ ਪਹਿਲਾ ਕੰਮ ਜੋ ਹੈ ਮੁਕਬਲ ਨੇ ਕੀਤਾ। ਜੰਗਨਾਮਾ ਇੱਕ ਅਜਿਹੀ ਰਚਨਾ ਹੈ ਜਿਸ ਵਿੱਚ ਯੁੱਧ ਬਾਰੇ ਬਿਰਤਾਂਤ ਹੁੰਦਾ ਹੈ। ਪੰਜਾਬੀ ਜੰਗਨਾਮੇ ਜ਼ਿਆਦਾਤਰ ਇਮਾਮ ਹੁਸੈਨ ਦੇ ਯੁੱਧ ਅਤੇ ਸ਼ਹਾਦਤ ਨਾਲ ਸੰਬੰਧਿਤ ਹਨ। ਇਸ ਕਾਵਿ ਰੂਪ ਵਿੱਚ ਕੇਵਲ ਮੁਸਲਮਾਨੀ ਸ਼ਰਧਾ ਨੂੰ ਪ੍ਰਗਟ ਹੋਣ ਦਾ ਹੀ ਅਵਸਰ ਮਿਲਿਆ ਹੈ, ਮਤਲਬ ਕਿ ਮੁਸਲਮਾਨ ਲੋਕਾਂ ਦੀ ਸ਼ਰਧਾ ਇਹਦੇ 'ਚ ਹੁੰਦੀ ਹੈ। ਜੰਗਨਾਮਾ ਅਸਲੋਂ ਫਾਰਸੀ ਪ੍ਰਧਾਨ ਸ਼ੈਲੀ ਵਿੱਚ ਪੰਜਾਬੀ ਕਾਵਿ ਰੂਪ ਹੈ। ਜਿਵੇਂ ਵਾਰ ਸਾਡਾ ਆਪਣਾ ਕਾਵਿ ਰੂਪ ਹੈ, ਜੰਗਨਾਮਾ ਅਸੀਂ ਜੋ ਹੈ ਮੁਸਲਿਮ ਪੋਸ਼ ਦੀ ਰੀਸ ਵਿੱਚ ਲਿਖਿਆ। ਅਗਲਾ ਹੈ ਮੁਕਬਲ ਰਚਿਤ ਜੰਗਨਾਮਾ। ਮੁਕਬਲ ਨੇ 18ਵੀਂ ਸਦੀ ਵਿੱਚ ਦੇ ਆਰੰਭ ਵਿੱਚ ਜੰਗਨਾਮਾ ਇਮਾਮ ਹੁਸੈਨ ਲਿਖਿਆ। ਇਸ ਜੰਗਨਾਮੇ ਵਿੱਚ 680 ਈਸਵੀ ਵਿੱਚ ਹੋਈ ਇਮਾਮ ਹੁਸੈਨ ਦੀ ਅਦੁੱਤੀ ਸ਼ਹਾਦਤ ਦਾ ਵਰਣਨ ਹੈ ਅਤੇ ਕਰਬਲਾ ਦੀ ਲਹੂ ਡੋਲਵੀਂ ਲੜਾਈ ਦਾ ਵੀ ਚਿੱਤਰਨ ਇਹਦੇ 'ਚ ਕੀਤਾ ਗਿਆ ਹੈ। ਸਗੋਂ ਇਸ ਘਟਨਾ ਤੋਂ ਪਹਿਲਾਂ ਅਤੇ ਪਿੱਛੇ ਵਾਪਰੀਆਂ ਘਟਨਾਵਾਂ ਨੂੰ ਵੀ ਇਹਦੇ 'ਚ ਸ਼ਾਮਿਲ ਕੀਤਾ ਗਿਆ ਹੈ, ਅਤੇ ਇਹਦਾ ਬਿਰਤਾਂਤ ਜੋ ਹੈ ਉਹ ਬਹੁਤ ਵਿਸ਼ਾਲ ਹੈ। ਇਹਦਾ ਜਿਹੜਾ ਕਰੁਣਾਮਈ ਵਾਤਾਵਰਨ ਹੈ ਇਤਨਾ ਹਿਰਦੇ ਵੇਦਕ ਹੈ ਕਿ ਸ਼ਰਧਾਵਾਨ ਸੀਆਂ ਮੁਸਲਮਾਨ ਉਹਨੂੰ ਪੜ੍ਹਦੇ ਜੋ ਹੈ ਰੋ ਕੇ ਬੇਹਾਲ ਹੋ ਜਾਂਦੇ ਸੀਗੇ। ਅਗਲਾ ਵਾਰ ਹੈਗੀ ਹੈ ਫੇਰ ਦੁਬਾਰੇ ਸੋਢੀਆਂ ਦੀ ਵਾਰ। ਭਾਈ ਰਾਮ ਸਿੰਘ ਦੀ ਲਿਖੀ ਵਾਰ ਹੈ, ਅਤੇ ਇਹਦੇ 'ਚ 38 ਪੌੜੀਆਂ ਨੇ, ਅਤੇ 62 ਛੰਦ 'ਚ ਲਿਖੀ ਗਈ ਹੈ। ਇਸ ਵਿੱਚ ਕਵੀ ਨੇ ਭਾਈ ਗੁਰਦਾਸ ਦੀਆਂ ਵਾਰਾਂ ਅਤੇ ਚੰਡੀ ਦੀ ਵਾਰ ਦਾ ਕਾਫੀ ਪ੍ਰਭਾਵ ਗ੍ਰਹਿਣ ਕੀਤਾ, ਮਤਲਬ ਕਿ ਨਕਲ, ਉਹ ਲਿਖਣ ਦੇ ਹਿਸਾਬ ਨਾਲ ਉਹਦੀ ਨਕਲ ਕੀਤੀ ਹੈ। ਇਹ ਵਾਰ ਹਿੰਦੂ ਇਤਿਹਾਸ ਅਤੇ ਮਿਥਿਹਾਸ ਦਾ ਚੰਗਾ ਬਿਆਨ ਪੇਸ਼ ਕਰਦੀ ਹੈ। ਨੈਕਸਟ ਹੈ ਜੰਗਨਾਮਾ। ਜੰਗਨਾਮਾ ਹਰੀ ਸਿੰਘ, ਸਰਦਾਰ ਹਰੀ ਸਿੰਘ। ਇਹ ਕਾਵਿ ਕਵੀ ਰਾਮਦਿਆਲ ਦੀ ਰਚਨਾ ਹੈ। ਕਵੀ ਦੀ ਬੋਲੀ 'ਤੇ ਫਾਰਸੀ ਦਾ ਪ੍ਰਭਾਵ ਹੈ, ਅਤੇ 62 ਛੰਦ 'ਚ ਉਹਨੇ ਇਹਨੂੰ ਲਿਖਿਆ। ਇਸ ਵਾਰ ਵਿੱਚ ਕਵੀ ਨੇ ਸਰਦਾਰ ਹਰੀ ਸਿੰਘ ਨਲਵੇ ਦੀ ਜਮਰੋਦ ਵਾਲੀ ਲੜਾਈ ਅਤੇ ਉਹਦੀ ਮੌਤ ਅਤੇ ਮਾਨ ਸਿੰਘ ਦੀ ਬਹਾਦਰੀ ਦਾ ਵਰਣਨ ਕੀਤਾ ਹੈ। ਹੁਣ ਇੱਕ ਰਹਿ ਗਈ ਤੁਹਾਡੀ ਵਾਸਤੇ, ਲਾਸਟ ਹੈ ਕਾਦਰੀਆਰ ਦੀ ਵਾਰ। ਇਹ ਵਾਰ ਜੋ ਹੈ ਸਰਦਾਰ ਹਰੀ ਸਿੰਘ ਨਲਵੇ ਨਾਲ ਸੰਬੰਧਿਤ ਲਿਖੀ ਕਾਦਰੀਆਰ ਨੇ। ਹੁਣ ਤੁਸੀਂ ਇਸ ਸਮੈਸਟਰ ਵਿੱਚ ਤੁਸੀਂ ਕਾਦਰੀਆਰ ਦਾ ਕਿੱਸਾ ਪੜ੍ਹ ਰਹੇ ਹੋ ਬੇਟਾ, ਪੂਰਨ ਭਗਤ ਵਾਲਾ ਕਿੱਸਾ ਪੜ੍ਹ ਰਹੇ ਹੋ ਨਾ ਜਿਹੜਾ, ਉਸੇ ਕਾਦਰੀਆਰ ਨੇ ਇਹ ਵਾਰ ਲਿਖੀ। ਕਾਦਰੀਆਰ ਜੋ ਸੀਗਾ, ਕਾਦਰੀਆਰ ਦੀ ਹਰੀ ਸਿੰਘ ਨਲਵੇ ਪ੍ਰਤੀ ਬਹੁਤ ਸ਼ਰਧਾ ਹੈ, ਅਤੇ ਬੀਰ ਰਸ ਦੀ ਬੜੀ ਸੁੰਦਰ ਉਹਨੇ ਇਹਦੇ 'ਚ ਵਰਤੋਂ ਕੀਤੀ ਹੈ। 62 ਛੰਦ 'ਚ ਲਿਖਿਆ, ਅਤੇ ਵੀਰ ਰਸ ਦੇ ਨਾਲ ਨਾਲ ਕਰੁਣਾ ਰਸ ਦੀ ਵੀ ਉਹਨੇ ਜੋ ਹੈ ਇਹਦੇ 'ਚ ਵਰਤੋਂ ਕੀਤੀ। ਵੀਰ ਰਸ ਹੁੰਦਾ ਬਹਾਦਰੀ ਦਾ ਵਰਣਨ, ਕਰੁਣਾ ਰਸ ਹੁੰਦਾ ਤਰਸ ਆਉਣਾ ਜਦੋਂ। ਇਸ ਵਿੱਚ ਹਰੀ ਸਿੰਘ ਨਲਵੇ ਦੀ ਜਮਰੋਦ ਦੀ ਲੜਾਈ ਦਾ ਵਰਣਨ ਹੈ। ਹੁਣ ਸਿੱਟੇ ਵਜੋਂ ਅਸੀਂ ਆਖ ਸਕਦੇ ਹਾਂ ਕਿ 18ਵੀਂ ਸਦੀ ਵਿੱਚ ਲਿਖੇ ਗਏ ਜੰਗਨਾਮੇ ਦਾ ਮੂਲ ਵਿਸ਼ਾ ਇਮਾਮ ਹੁਸੈਨ ਦੀ ਸ਼ਹਾਦਤ ਹੈ। ਹੁਣ ਬੇਟਾ ਇਹ ਜਿਹੜਾ ਪੂਰਾ ਦਾ ਪੂਰਾ ਜਿਹੜਾ ਟੋਪਿਕ ਸੀਗਾ ਨਾ ਵੀਰ ਰਸੀ ਕਾਵਿ ਧਾਰਾ ਨਾਲ ਸੰਬੰਧਿਤ,
ਇਹਨੂੰ ਯਾਦ ਕਰਨ ਦਾ ਇੱਕ ਤਰੀਕਾ ਹੈ ਕਿ ਪਹਿਲਾਂ ਤਾਂ ਦੇਖੋ ਤੁਸੀਂ ਇੰਟਰੋਡਕਸ਼ਨ ਹੀ ਦਿਓਗੇ। ਇੰਟਰੋਡਕਸ਼ਨ ਦੇ ਕੇ ਉਹਦੇ ਤੋਂ ਬਾਅਦ ਨਾ ਤੁਸੀਂ ਆਪਣੇ ਰਫ ਕੰਮ ਵਿੱਚ ਵਾਰਾਂ ਦੇ ਨਾਮ ਲਿਖ ਲਓ ਅਤੇ ਨਾਲੇ ਫਿਰ ਉਹ ਲਿਖ ਲਓ ਕਿ ਇਹ ਕਿਹੜੇ ਰਾਈਟਰ ਨੇ ਲਿਖੀ ਹੈ। ਅਤੇ ਫਿਰ ਉਹ ਉਸ ਵਾਰ ਵਿੱਚ ਉਹਨੇ ਕਹਾਣੀਆਂ ਤਾਂ ਦੇਖੋ ਸਾਰਿਆਂ ਦੀ, ਕੋਈ ਲਵ ਕੁਸ਼ ਵਾਲੀ ਕਹਾਣੀ ਹੈ, ਕੋਈ ਕ੍ਰਿਸ਼ਨ ਜੀ ਵਾਲੀ ਕਹਾਣੀ ਹੈ, ਜਾਂ ਗੁਰੂ ਗੋਬਿੰਦ ਸਿੰਘ ਜੀ ਵਾਲੀਆਂ ਕਹਾਣੀਆਂ ਨੇ। ਐਵੇਂ ਮਿਲਦੀਆਂ ਜੁਲਦੀਆਂ ਜਿਹੀਆਂ ਕਹਾਣੀਆਂ ਨੇ। ਕਹਾਣੀਆਂ ਦਾ ਥੋੜ੍ਹਾ ਜਿਹਾ ਹਿੰਟ ਦੇ ਲਓ ਕਿ ਫਲਾਣੀ ਵਾਰ ਵਿੱਚ ਇਹ ਕਹਾਣੀ ਹੈ, ਫਲਾਣੀ 'ਚ ਇਹ ਕਹਾਣੀ ਹੈ, ਅਤੇ ਇਹ ਵਾਰ ਪੌੜੀ ਛੰਦ 'ਚ ਲਿਖੀ ਗਈ, ਇਹ ਫਲਾਣੀ ਵਾਰ ਦੂਜੇ ਛੰਦ, ਕਿਹੜੇ ਵੀ ਛੰਦ 'ਚ ਜਿਹੜੇ 'ਚ ਲਿਖੀਆਂ ਗਈਆਂ ਉਹਨਾਂ ਛੰਦਾਂ ਦੇ ਨਾਮ ਲਿਖ ਲਓ ਅੱਗੇ। ਬਸ ਇਹ ਤਰੀਕਾ ਹੈ ਇਸ ਕੁਐਸਚਨ ਨੂੰ ਕਰਨ ਦਾ, ਹੋਰ ਕੋਈ ਔਖਾ ਨਹੀਂ ਹੈ। ਥੋੜ੍ਹਾ ਲਿਖਣ ਨੂੰ ਲੈਂਥੀ ਹੋ ਜਾਂਦਾ, ਪਰ ਥੋੜ੍ਹਾ ਜਿਹੜੀਆਂ ਵਾਰਾਂ ਤੁਹਾਡੇ ਕੋਲ ਲੱਗੀਆਂ ਹੋਈਆਂ ਨੇ ਨਾ, ਜਿਵੇਂ ਨਾਦਰ ਸ਼ਾਹ ਦੀ ਵਾਰ, ਪੀਰ ਮੁਹੰਮਦ ਦੀ ਵਾਰ, ਕਾਦਰ ਯਾਰ ਲੱਗਾ ਹੋਇਆ ਤੁਹਾਨੂੰ, ਬਸ ਉਹਨਾਂ ਨੂੰ ਜ਼ਿਆਦਾ ਡਿਟੇਲ 'ਚ ਦੇਣਾ ਹੁੰਦਾ, ਬਾਕੀਆਂ ਨੂੰ ਤੁਸੀਂ ਸ਼ੋਰਟ ਵਿੱਚ ਦੇ ਸਕਦੇ ਹੋ। ਓਕੇ, ਥੈਂਕ ਯੂ।